ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਆਪ ਸਾਰਿਆਂ ਨੂੰ ਪਤਾ ਹੈ, ਪਿਛਲੇ ਸਮੇਂ ਤੋਂ ਆਪਾਂ ਜਪਜੀ ਸਾਹਿਬ ਅਤੇ ਸੋਦਰ ਦੀ ਬਾਣੀ ਦੀ ਲੜੀਵਾਰ ਵਿਚਾਰ ਆਪ ਸਾਰਿਆਂ ਦੇ ਨਾਲ ਸਾਂਝੀ ਕਰਦੇ ਆ ਰਹੇ ਹਾਂ। As you all know, from the past couple of months, we have been bringing forth the Ladivar translation of Japji Sahib, as well as Sodar di Bani, better known as Rehra Sahib. ਔਰ ਪਿਛਲੇ ਵੀਡੀਓ ਵਿੱਚ ਵੀ ਆਪਾਂ ਬੇਨਤੀ ਕਰਦੇ ਆ ਰਹੇ ਹਾਂ ਕਿ ਜਿੰਨੇ ਵੀ ਸਾਨੂੰ ਸਵਾਲ ਗੁਰਬਾਣੀ ਦੇ ਸੰਬੰਧ ਵਿੱਚ ਆਉਣਗੇ, ਉਹਨਾਂ ਦੇ ਜਵਾਬ ਅਸੀਂ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ। ਵੀ any questions that the Sangat has in regards to Gurbani, topics related to Gurbani, we will do our best based off of our understanding to give our answers. ਤੇ ਪਿਛਲੇ ਦਿਨ ਇੱਕ ਵੀਰ ਦਾ ਸਵਾਲ ਆਇਆ ਤੇ ਉਹ ਕਹਿਣ ਲੱਗਾ ਕਿ ਅਸੀਂ ਕਰਾਮਾਤ ਨੂੰ ਨਹੀਂ ਮੰਨਦੇ। But we received the message that started off with this. I know that we do not believe in miracles, right? There's no place for miracles in Sikhi. But he said, based off of what we have been hearing from our pracharaks, based off of what we have been taught, when Guru Nanak Pasha went to Mecca, the whole Mecca spun at that time. ਮੈਂ ਕਹਿਣ ਲੱਗਾ ਕਰਾਮਾਤ ਦੀ ਕੋਈ ਥਾਂ ਨਹੀਂ ਸਿੱਖੀ ਦੇ ਵਿੱਚ, ਪਰ ਜਿਵੇਂ ਆਮ ਕਰਕੇ ਸਾਨੂੰ ਕਨਫਿਊਜ਼ ਕੀਤਾ ਜਾਂਦਾ ਹੈ ਵੀ ਪ੍ਰਚਾਰਕਾਂ ਵੱਲੋਂ ਆਪਾਂ ਇਹ ਸੁਣਦੇ ਆ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਮੱਕੇ ਗਏ ਤਾਂ ਇੱਕ ਵਾਰ ਮੱਕਾ ਫਿਰ ਗਿਆ, ਮੱਕਾ ਘੁੰਮ ਗਿਆ। ਭਾਈ ਗੁਰਦਾਸ ਦੀਆਂ ਵਾਰਾਂ ਦੇ ਹਵਾਲੇ ਵੀ ਉਹ ਦਿੰਦੇ ਆ ਵੀ ਫਿਰਿਆ ਮੱਕਾ ਕਲਾ ਦਿਖਾਰੀ। ਇਹ ਪ੍ਰਭਾਵ ਲੋਕਾਂ ਦੇ ਉੱਤੇ ਪਾਉਂਦੇ ਆ ਕਿ ਮੱਕਾ ਫਿਰ ਗਿਆ ਜੀ, ਮੱਕਾ ਘੁੰਮ ਗਿਆ ਜੀ। ਤੇ ਸਾਡੇ ਭੋਲੇ ਭਾਲੇ ਲੋਕ ਬੈਠੇ ਵਾਹਿਗੁਰੂ ਵਾਹਿਗੁਰੂ ਜੀ, ਬੱਲੇ ਬੱਲੇ ਜੀ। ਜਾਨੀ ਕਿ ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ, ਜਿਹੜੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਖਸੀਅਤ ਦੇ ਨਾਲ ਮੇਲ ਨਹੀਂ ਖਾਂਦੀਆਂ, ਉਹ ਗੱਲਾਂ ਇਹਨਾਂ ਪ੍ਰਚਾਰਕਾਂ ਵੱਲੋਂ, ਉਹ ਗੱਲਾਂ ਸੰਪਰਦਾਇਆਂ ਵੱਲੋਂ ਪ੍ਰਚਾਰੀਆਂ ਗਈਆਂ। ਪਿਛਲੇ 150 ਸਾਲ ਤੋਂ, 100 ਸਾਲ ਤੋਂ, 50 ਸਾਲਾਂ ਤੋਂ ਆਹੀ ਕੁਝ ਆਪਾਂ ਸੁਣਦੇ ਆ ਰਹੇ। Right? This is what we have been hearing for the last 150 years. Things that don't make sense logically, things that don't make sense according to Gurbani, things that don't make sense according to our Guru Pasha's personalities, those are the things that have been taught to us. So what was Bhai Gurdas ji trying to, ਕੀ ਭਾਈ ਗੁਰਦਾਸ ਜੀ ਸਾਨੂੰ ਸਮਝਾਉਣਾ ਚਾਹੁੰਦੇ ਸਨ? ਕਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਉੱਥੇ ਸਾਂਝੀ ਕਰਨਾ ਚਾਹੁੰਦੇ ਸਨ ਜਿਹੜੀ ਸਾਡੇ ਤੋਂ ਲੁਕੋਈ ਗਈ? ਸੋ ਵਾਰ ਦੀ ਸ਼ੁਰੂਆਤ ਹੁੰਦੀ ਹੈ। ਦਿਸ ਵਾਰ ਸਟਾਰਟਸ ਆਫ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਨੇ ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। When Guru Nanak Pasha went to Mecca, they were wearing blue clothing. Now, why were they wearing blue clothing? Why is this important? Because everyone who did a pilgrimage to Mecca, they were also wearing the same blue attire. So in order to blend in with them, right, because Guru Nanak Pasha had a message to convey. So in order to be able to convey that message, what did they have to do? They had to wear the same blue clothing that everyone else was wearing. ਹੁਣ ਇਹ ਗੱਲ ਇੰਪੋਰਟੈਂਟ ਕਿਉਂ ਹੈ ਕਿ ਉਹਨਾਂ ਨੇ ਕਿਹੜੇ ਕੱਪੜੇ ਪਹਿਨੇ ਸਨ? ਇਸ ਕਰਕੇ ਅਹਿਮੀਅਤ ਰੱਖਦੀ ਹੈ ਕਿਉਂਕਿ ਬਾਕੀ ਜਿਹੜੇ ਹੱਜ ਕਰਨ ਲਈ ਜਾਂਦੇ ਸਨ ਉਹਨਾਂ ਨੇ ਵੀ ਨੀਲੇ ਬਸਤਰ ਪਹਿਨੇ ਹੋਏ ਸੀ। ਤਾਂ ਇਹ ਸੁਭਾਵਿਕ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਉਪਦੇਸ਼ ਸਾਂਝਾ ਕਰਨਾ ਸੀ ਉਹਨਾਂ ਦੇ ਨਾਲ। ਤਾਂ ਜੇ ਉਹ ਆਪਦੀ ਗੱਲ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਸਨ, ਉਹਨਾਂ ਨੂੰ ਵੀ ਉਹਨਾਂ ਵਰਗੇ ਹੋਣਾ ਪੈਣਾ ਸੀ। ਵੀ ਉਹਨਾਂ ਨੇ ਨੀਲੇ ਬਸਤਰ ਪਾਏ ਸੀ, ਗੁਰੂ ਨਾਨਕ ਪਾਤਸ਼ਾਹ ਨੇ ਵੀ ਨੀਲੇ ਬਸਤਰ ਪਹਿਨੇ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੁੰਜਾ ਬਾਂਗ ਮੁਸੱਲਾ ਧਾਰੀ। However the rest of the people would do pilgrimage to Mecca, Guru Pasha did it the same way. ਜਿੱਦਾਂ ਬਾਕੀ ਲੋਕ ਜਾਂਦੇ ਸਨ ਉਸੇ ਤਰ੍ਹਾਂ ਗਏ ਗੁਰੂ ਸਾਹਿਬ। ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ। Where the rest of the people sat, Guru Sahib ji also sat at the same place. ਜੇ ਬਾਕੀ ਲੋਕ ਬਹਿੰਦੇ ਸਨ ਉੱਥੇ ਗੁਰੂ ਨਾਨਕ ਪਾਤਸ਼ਾਹ ਬੈਠੇ। ਪਰ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜਾ ਬਾਬਾ ਸੁੱਤਾ ਰਾਤ ਨੂੰ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਲਾ ਦੁਆਲਾ ਵੇਖਿਆ ਹੋਣਾ ਵੀ ਗੁਰੂ ਸਾਹਿਬ ਜੀ looked all around them and they saw that these people that were doing pilgrimage to Mecca, they were performing these rituals, praying towards a specific direction. They said that their God lives in this specific place. But ਵੀ ਲੋਕੀ ਕਹਿੰਦੇ ਹਨ ਕਿ ਸਾਡਾ ਅੱਲਾ ਇਸ ਕਾਬੇ ਵਿੱਚ ਰਹਿੰਦਾ ਹੈ। ਨਮਾਜ਼ ਵੀ
ਉਸ ਦਿਸ਼ੇ ਵੱਲ ਮੂੰਹ ਕਰਕੇ ਪੜ੍ਹਦੇ ਸਨ। ਗੁਰੂ ਸਾਹਿਬ ਜੀ ਨੇ ਸਾਰਾ ਕੁਝ ਵੇਖਿਆ ਹੋਣਾ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ। When Guru Nanak Pasha slept at night, they slept with their feet towards the Kaaba, with their feet towards where the Musliman believed that God lived. Now, does this mean that Guru Nanak Pasha was trying to be blatantly disrespectful? You guys say your God lives here. I do not believe that, so I'm going to sleep with my legs towards your God. No, they were trying to convey their message in their own way. ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ। ਕੀ ਇਹਦਾ ਮਤਲਬ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਸਤਿਕਾਰ ਨਹੀਂ ਸੀ ਕਰਦੇ ਉਹਨਾਂ ਦਾ? ਜੇ ਤੁਸੀਂ ਮੰਨਦੇ ਆ ਇਦਾਂ ਮੈਂ ਨਹੀਂ ਮੰਨਣਾ, ਮੈਂ ਆਪਦੀਆਂ ਲੱਤਾਂ ਤੁਹਾਡੇ ਰੱਬ ਦੇ ਵੱਲ ਕਰਨੀਆਂ। ਨਹੀਂ, ਗੱਲ ਰੱਖਣ ਦਾ ਤਰੀਕਾ ਸੀ ਇੱਕ ਉਹਨਾਂ ਦਾ। ਜਿੱਦਾਂ ਹਰਿਦੁਆਰ ਦੀ ਆਪਾਂ ਸਾਖੀ ਸੁਣਦੇ ਆ, ਗੁਰੂ ਨਾਨਕ ਪਾਤਸ਼ਾਹ went to ਹਰਿਦੁਆਰ, when everyone was giving water to the sun, saying that their ancestors lived there, ਵੀ ਸਾਰੇ ਲੋਕੀ ਕਹਿੰਦੇ ਸਨ ਵੀ ਸਾਡੇ ਪਿੱਤਰ ਸੂਰਜ ਤੇ ਰਹਿੰਦੇ ਆ, ਅਸੀਂ ਉਹਨਾਂ ਨੂੰ ਪਾਣੀ ਦੇ ਰਹੇ ਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਕੀ ਕੀਤਾ? What did Guru Sahib Ji do? Guru Sahib Ji faced the other direction and said that I am going to give water to my ਖੇਤ in Punjab. ਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਮੈਂ ਤਾਂ ਆਪਦਿਆਂ ਫਸਲਾਂ ਨੂੰ ਪਾਣੀ ਦੇਵਾਂਗਾ, ਖੇਤਾਂ ਨੂੰ ਪਾਣੀ ਦੇਵਾਂਗਾ। And what did the Pandits do at that time? They all laughed at Guru Nanak Pasha. They said, what are you doing? Right? ਉਹਨਾਂ ਨੇ ਸਵਾਲ ਕੀਤਾ ਗੁਰੂ ਸਾਹਿਬ ਨੂੰ, ਤੂੰ ਕੀ ਕਰ ਰਿਹਾ ਹੈ? ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ? ਉਹ ਕਹਿੰਦੇ ਨੇ ਵੀ ਮੈਂ ਆਪਦਿਆਂ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ, ਵੀ I'm giving water to my ਖੇਤ in Punjab. And they said, this does not make sense. Your water can never reach Punjab. ਤੇ ਉਹਨਾਂ ਨੇ ਇਹ ਕਿਹਾ ਨਾ ਵੀ ਇਹਦੇ ਵਿੱਚ ਕੋਈ ਸੈਂਸ ਨਹੀਂ, ਵੀ ਤੇਰਾ ਪਾਣੀ ਪੰਜਾਬ ਤੱਕ ਕਿੱਦਾਂ ਪਹੁੰਚ ਸਕਦਾ ਹੈ? ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜੇ ਮੇਰਾ ਪਾਣੀ ਪੰਜਾਬ ਤੱਕ ਨਹੀਂ ਪਹੁੰਚ ਸਕਦਾ ਭਾਈ, ਤੁਹਾਡਾ ਪਾਣੀ ਸੂਰਜ ਤੱਕ ਵੀ ਨਹੀਂ ਪਹੁੰਚ ਸਕਦਾ। ਗੱਲ ਰੱਖਣ ਦਾ ਤਰੀਕਾ ਸੀ। And what did Guru Sahib Ji say? He said, if my water cannot reach Punjab, how can your water reach the sun, which is millions of miles away from you? Meaning that they had a unique way of conveying their message to the people. The same thing that they did in Mecca. Ja Baba Sutta Raat nu wala mehrabe paye pasari. He knew this would attract attention to him. ਉਹਨੂੰ ਪਤਾ ਸੀ ਕਿ ਲੋਕਾਂ ਨੇ ਮੇਰੇ ਵੱਲ ਵੇਖਣਾ ਤੇ ਲੋਕਾਂ ਨੇ ਮੈਨੂੰ ਸਵਾਲ ਕਰਨਾ ਵੀ ਤੂੰ ਕੀ ਕਰ ਰਿਹਾ ਆ। ਜਾ ਬਾਬਾ, ਤੇ ਆਹੀ ਹੋਇਆ। ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ। ਕਹਿੰਦੇ ਨੇ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। And then someone came and kicked Guru Nanak Pasha. They said, who are you? Which infidel has his feet towards the Kaaba? How dare you do such a thing? ਮੈਂ ਵੀ ਕੋਈ ਜਾਣਾ ਆਣ ਕੇ ਕਿਸੇ ਨੇ ਆਣ ਕੇ ਲੱਤ ਮਾਰੀ ਗੁਰੂ ਨਾਨਕ ਪਾਤਸ਼ਾਹ ਦੇ ਵੀ ਕਿਹੜਾ ਕਾਫਰ ਸੁੱਤਾ ਆ ਆਪਣੀਆਂ ਲੱਤਾਂ ਕਾਬੇ ਵੱਲ ਕਰਕੇ, ਤੇਰੇ ਅੰਦਰ ਕਿੰਨੀ ਹਿੰਮਤ ਪੈ ਗਈ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਇੰਦੇ ਕਿਉਂ ਕਰ ਪਿਆ ਹੋਇਆ ਬਜਗਾਰੀ। ਵੀ ਕਿੱਡਾ ਵੱਡਾ ਪਾਪ ਕਮਾ ਲਿਆ ਤੂੰ ਆਪਦੀਆਂ ਲੱਤਾਂ ਕਾਬੇ ਵੱਲ ਕਰਤੀਆਂ। You committed such a big sin. How dare you put your feet towards the Kaaba? How dare you put your feet towards our God? ਲੱਤਾਂ ਵੱਲ ਖੁਦਾਇੰਦੇ ਕਿਉਂ ਕਰ ਪਿਆ ਹੋਇਆ ਬਜਗਾਰੀ। ਟੰਗੋਂ ਪਕੜ ਘਸੀਟਿਆ। ਇਹਨੇ ਫਿਰ ਲੱਤਾਂ ਫੜ ਲਿਆ ਗੁਰੂ ਨਾਨਕ ਪਾਤਸ਼ਾਹ ਦੀ। And then they grabbed Guru Nanak Pasha's feet. And Guru Nanak Pasha said, wait. Guru Nanak Pasha ne kiha ठहर जा एक मिनट। तेरे मुताबिक तेरा अल्लाह काबे विच रहिंदा। You say your Allah, you say your God lives in Mecca. मैं नहीं मानदा। I do not believe this. Then the person asked me, why do you not believe this? Guru Nanak Pasha ने कहा कहंदे ने मैं नहीं मानदा यार रब मक्के विच रहिंदा है, रब काबे विच रहिंदा है। ਕੀ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਜ਼ਰੂਰ ਭਗਤ ਕਬੀਰ ਜੀ ਦਾ ਸ਼ਬਦ ਸਾਂਝਾ ਕੀਤਾ ਹੋਣਾ ਉਹਨਾਂ ਦੇ ਨਾਲ ਵੀ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਇ ਮੈਂ ਤਪਤ ਨਾ ਹੀਰਾ, ਅੱਲਾ ਰਾਮ ਜੀਵੋਂ ਤੇਰੇ ਨਾਈ ਤੂੰ ਕਰ ਮਹਿਰਮਤ ਸਾਈ। Did Guru Nanak Pasha not try to logically explain to the people why do I not believe that God lives at a specific religious place?
Because if God lives in the Kaaba, who is controlling the rest of the world? ਕੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਨਾ ਕਹੀ ਹੋਵੇ ਉਹਨਾਂ ਨੂੰ ਵੀ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਠ ਚੁਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਤੂੰ ਜਲ ਥਲ ਮਹੀਲ ਭਰਪੁਰ ਲੀਣਾ ਆਪੇ ਸਰਬ ਸਮਾਣਾ। ਕੀ ਸਮਝਾਇਆ ਨਾ ਹੋਣਾ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਨੂੰ ਵੀ ਠੀਕ ਹੈ ਤੁਸੀਂ ਮੰਨਦੇ ਹੋ ਕਿ ਤੁਹਾਡਾ ਰੱਬ ਕਾਬੇ ਵਿੱਚ ਰਹਿੰਦਾ, ਮੈਂ ਨਹੀਂ ਮੰਨਦਾ, ਮੈਂ ਤਾਂ ਇਹ ਮੰਨਦਾ ਕਿ ਉਹ ਕੁਦਰਤ ਦੇ ਵਿਧਾਨ ਦੇ ਰੂਪ ਦੇ ਵਿੱਚ ਜਰੇ ਜਰੇ ਵਿੱਚ ਰਮਿਆ ਹੋਇਆ ਹੈ। You guys say that God lives in Kaaba. I believe that God is all pervading in the form of the laws of nature. ਪਰ ਨਹੀਂ, ਸਾਡੇ ਇਤਿਹਾਸਕਾਰਾਂ ਨੇ ਸਾਡੇ ਪ੍ਰਚਾਰਕਾਂ ਨੇ ਆਹੀ ਕੁਝ ਸੁਣਾਇਆ ਸਾਨੂੰ ਵੀ ਮੱਕਾ ਫਿਰ ਗਿਆ ਜੀ। ਨਾਲੇ ਮੱਕਾ ਸ਼ਹਿਰ ਦਾ ਨਾਮ ਆ, ਮੱਕਾ is the name of the city. Kaaba is the name of the place that the Muslims say that their Allah lives in. ਕਾਬਾ ਉਹ ਜਗ੍ਹਾ ਹੈ ਜਿੱਥੇ ਮੁਸਲਮਾਨ ਵੀ ਮੰਨਦੇ ਆ ਕਿ ਸਾਡਾ ਅੱਲਾ ਇੱਥੇ ਰਹਿੰਦਾ ਹੈ। ਥੋੜਾ ਦਿਮਾਗ ਤੇ ਜ਼ੋਰ ਲਾ ਕੇ ਦੇਖੋ, use common sense even a little bit. If something was going to spin, wouldn't the Kaaba have spun instead of Mecca? Wouldn't Bhai Gurdas ji have wrote with the Kaaba spun? ਥੋੜਾ ਜਿਹਾ ਦਿਮਾਗ ਤੇ ਜ਼ੋਰ ਲਾ ਕੇ ਦੇਖੋ ਕਿ ਜੇ ਕਿਸੇ ਚੀਜ਼ ਨੇ ਘੁੰਮਣਾ ਸੀ ਤਾਂ ਕੀ ਕਾਬਾ ਨਾ ਘੁੰਮਦਾ? ਭਾਈ ਗੁਰਦਾਸ ਜੀ ਨੇ ਇਹ ਨਹੀਂ ਸੀ ਲਿਖਣਾ ਵੀ ਫਿਰਿਆ ਕਾਬਾ ਕਲਾ ਦੇ ਖਾਰੀ, ਪਰ ਨਹੀਂ, ਉਹਨਾਂ ਨੇ ਲਿਖਿਆ ਵੀ ਫਿਰਿਆ ਮੱਕਾ ਕਲਾ ਦੇ ਖਾਰੀ। ਭਾਵ ਜਿਹੜੀ ਗੱਲ, ਜਿਹੜਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਸਾਂਝਾ ਕੀਤਾ ਸੀ, ਉਹ ਇੱਕ ਵਾਰ ਫਿਰ ਗਿਆ। With the message that Guru Nanak Pasha was conveying to the people of that time at that place, they said that became a thing for the people of Mecca to observe. That became a thing for the people of Mecca to learn. We Firiya Makkah, with that message spread in Kaaba, with that message spread in Mecca. There was someone who came and he gave this message. Now, what was that message? In the next pauri, Bhai Gurdas ji clears it up. We puchhan gal iman di, ਕਾਜੀ ਮੁੱਲਾ ਇਕੱਠੇ ਹੋਈ, ਵੀ ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ। ਵੀ ਆਹ ਸੀ ਉਪਦੇਸ਼ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਸਾਂਝਾ ਕੀਤਾ। ਇਹ ਨਹੀਂ ਵੀ ਮੱਕਾ ਘੁੰਮ ਗਿਆ ਜਾਂ ਕਾਬਾ ਘੁੰਮ ਗਿਆ, ਨਹੀਂ, ਆਹ ਗੱਲ ਉੱਥੇ ਘੁੰਮ ਗਈ। ਲੋਕਾਂ ਦੀ ਸੁਰਤ ਫਿਰ ਗਈ ਇੱਕ ਵਾਰੀ ਵੀ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ। ਫਿਰ ਕਹਿੰਦੇ ਨੇ ਪੁੱਛਣ ਫੂਲ ਕਿਤਾਬ ਨੂੰ। They asked Guru Nanak Pasha, ਪੁੱਛਣ ਫੂਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। Who is bigger? Who is greater? Is the Hindu greater or is the Musliman greater? What religion is better? Is Hinduism better or is Islam better? ਵੀ ਕਹਿੰਦੇ ਨੇ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦਿਵੋ ਵੀ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਵੱਡਾ ਹੈ, ਕਿਹੜਾ ਧਰਮ ਸਹੀ ਹੈ, ਹਿੰਦੂ ਧਰਮ ਸਹੀ ਹੈ ਜਾਂ ਇਸਲਾਮ ਸਹੀ ਹੈ? ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। Without your good actions, it does not matter if you are a Hindu, if you are a Musliman, if your deeds are corrupt, if your actions are bad, that does not hold any value. ਗੱਲ ਅਮਲਾਂ ਤੇ ਜਾ ਕੇ ਨਿਬੜਦੀ ਹੈ, ਗੱਲ ਤੁਹਾਡਿਆਂ ਕਰਮਾਂ ਤੇ ਜਾ ਕੇ ਨਿਬੜਦੀ ਹੈ। ਆਹ ਉਪਦੇਸ਼ ਸੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਸਾਂਝਾ ਕੀਤਾ ਉਹਨਾਂ ਦੇ ਨਾਲ। ਰੱਬ ਤੁਹਾਡੇ ਵਿੱਚ ਆ ਯਾਰ, ਨਾ ਰੱਬ ਕਾਬੇ ਵਿੱਚ ਰਹਿੰਦਾ। ਮੈਂ ਹੈਰਾਨ ਹੋ ਰਿਹਾ ਸੀ, ਮੈਂ ਕਿਸੇ ਦੀ ਵੀਡੀਓ ਦੇਖ ਰਿਹਾ ਸੀ ਨਾ, ਕੋਈ ਆਸਟ੍ਰੇਲੀਆ ਤੋਂ ਹੈ ਵੀਰ। I was looking at someone's video came on my Facebook feed a while back. तो ਵੀਰ ਕਹਿ ਰਿਹਾ ਸੀ, ਕਹਿੰਦੇ ਨੇ ਜਿੱਦਾਂ ਮੁਸਲਮਾਨਾਂ ਲਈ ਕਾਬਾ ਆ, ਜਿੱਦਾਂ ਉਹਨਾਂ ਲਈ ਮੱਕਾ ਹੈ, ਉਸੇ ਤਰ੍ਹਾਂ ਸਾਡੇ ਲਈ ਦਰਬਾਰ ਸਾਹਿਬ ਹੈ। He said, just like the Muslims believe that God lives in Mecca, we believe that God lives in ਦਰਬਾਰ ਸਾਹਿਬ। ਹੈਰਾਨੀ ਦੀ ਗੱਲ ਨਹੀਂ ਵੀ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਹੜਾ ਉਪਦੇਸ਼ ਸਾਨੂੰ ਦੇ ਰਹੀ ਆ, ਤਾਂ ਸਾਡੇ ਪ੍ਰਚਾਰਕ ਦਾ ਜਿਹੜੇ ਕਹਿੰਦੇ ਆ ਕਿ ਅਸੀਂ ਬਹੁਤ ਦਰਦ ਰੱਖਦੇ ਆ ਕੌਮ ਦਾ ਜੀ, ਅਸੀਂ ਆਹ ਕਰਦੇ ਆ, ਅਸੀਂ ਉਹ ਕਰਦੇ ਆ, ਅਸੀਂ ਯੋਧੇ ਹੁੰਨੇ ਆ ਜੀ, ਉਹ ਕਿਹੜਾ ਉਪਦੇਸ਼ ਦੇ ਰਹੇ ਆ? ਗੁਰੂ ਗ੍ਰੰਥ ਸਾਹਿਬ ਜੀ clearly states ਵੀ ਕਬੀਰ ਹਜ ਕਾਬੇ ਹੋ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈਂ ਮੁਝਸੇ ਲੜ ਪਰਿਆ, ਤੁਝੇ ਕਿਨ ਫਰਮਾਈ ਗਏ ਵੀ who told you God lives at a specific religious place?
ਥਾਂ ਥਾਂ ਤੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ। countless ਸ਼ਬਦ in ਗੁਰਬਾਣੀ explain ਹੋ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੁਆ ਬਹੁ ਸੁਗੰਧ, ਪੂਜਣ ਚਾਲੀ ਬ੍ਰਹਮ ਠਾਏ ਵੇ। I went to that religious place thinking that God lives there। ਮੈਂ ਤੁਰ ਪਿਆ ਧਰਮਕ ਅਸਥਾਨਾਂ ਵੱਲ ਵੀ ਸ਼ਾਇਦ ਰੱਬ, ਸ਼ਾਇਦ ਅੱਲਾ, ਸ਼ਾਇਦ ਸਾਡਾ ਪ੍ਰਮਾਤਮਾ, ਸਾਡਾ ਵਾਹਿਗੁਰੂ ਧਰਮਕ ਅਸਥਾਨਾਂ ਤੇ ਰਹਿੰਦਾ ਹੈ। ਭਗਤ ਰਾਮਾਨੰਦ ਜੀ ਕਹਿੰਦੇ ਨੇ, ਪੂਜਣ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ, ਗੁਰ ਮਨ ਹੀ ਮਾਹੇ। ਪਰ ਜਦੋਂ ਗਿਆਨ ਆਇਆ, but when I connected myself to Guru's wisdom, what did I come to realize? I came to realize ਜਹਾਂ ਜਾਈਏ ਤਾਂ ਜਲ ਪਖਾਨ, ਤੁਮ ਪੂਰ ਰਹਿਓ ਹੈ ਸਭ ਸਮਾਨ। That God is all pervading in the form of the system of nature. This is what Guru Nanak Pasha wanted to convey to the people of that time. God is within you. God is not bound to a specific religious place. Why are you relying on your outer rituals? Why are you relying on this fact? I have to do pilgrimage to Mecca. I have to do these rituals in the name of religion. Why not try to fix up your actions? Why not try to do good deeds in life? ਕਹਿੰਦੇ ਨੇ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਜ਼ੋਰ ਕਿਉਂ ਦੇ ਰਹੇ ਹੋ? ਧਰਮ ਦੇ ਨਾਮ ਤੇ ਅਸੀਂ ਕਰਮ ਕਾਂਡ ਕਰੀਏ, ਅਸੀਂ ਹਜ ਕਰਨ ਜਾਈਏ। ਕਹਿੰਦੇ ਨੇ ਨਹੀਂ ਯਾਰ, ਰੱਬ ਤੁਹਾਡੇ ਵਿੱਚ ਹੈ। ਤੁਸੀਂ ਅੰਦਰ ਦੀ ਯਾਤਰਾ ਕੰਪਲੀਟ ਕਰਕੇ ਦੇਖੋ, ਇੱਕ ਵਾਰੀ ਆਪਣੇ ਆਪ ਦੇ ਨਾਲ ਜੁੜ ਕੇ ਦੇਖੋ। ਕਾਸ਼ ਆ ਉਪਦੇਸ਼ ਸਾਡੇ ਤੱਕ ਪਹੁੰਚ ਜਾਂਦਾ। If only this message was portrayed to us। ਪਰ ਨਹੀਂ, ਸਾਨੂੰ ਇਹਨਾਂ ਗੱਲਾਂ ਵਿੱਚ ਉਲਝਾ ਦਿੱਤਾ ਵੀ ਮੱਕਾ ਫਿਰਿਆ ਕਿ ਨਹੀਂ ਫਿਰਿਆ ਜੀ, ਉੱਥੇ ਕੀ ਹੋਇਆ ਕੀ ਨਹੀਂ ਹੋਇਆ। ਆ ਉਪਦੇਸ਼ ਜਿਹੜਾ ਸੀ ਸਾਨੂੰ ਦੇਣਾ, ਉਹ ਸਾਨੂੰ ਮਿਲਿਆ ਨਹੀਂ। They just made us argue within these little formalities. We did Mecca spin or did it not spin? Does Sikhi believe in miracles or does it not believe in miracles? ਕੀ ਇਹ ਕਰਾਮਾਤ ਨਹੀਂ ਕਿ ਉਸ ਵੇਲੇ ਤਾਨਾਸ਼ਾਹੀ ਦੇ ਰਾਜ ਦੇ ਵਿੱਚ ਜਿੱਥੇ ਅਗਲੇ ਬੋਲਣ ਦਾ ਹੱਕ ਨਹੀਂ ਸੀ ਦਿੰਦੇ, ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਹੀਂ, ਜਿੱਥੇ ਲੋਕੀ ਗਲਤ ਕੰਮ ਕਰਦੇ ਨਾ, ਉੱਥੇ ਮੈਂ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖਾਂਗਾ। Is that not the real miracle? We in a time of a dictatorship where speaking meant you had to pay the ultimate sacrifice. Guru Nanak Pasha said, no, where people are being corrupt, I will call them out on their corruption. This was the real miracle that our Babbe have hidden from us because they did not want to revolutionize our thinking. ਆਹ ਸੀ ਕਰਾਮਾਤ ਜਿਹੜੀ ਸਾਡੇ ਤੋਂ ਲੁਕੋਈ ਗਈ। ਸਾਨੂੰ ਆ ਕਹਾਣੀਆਂ ਸੁਣਾਤੀਆਂ, ਨਹੀਂ ਜੀ ਬਾਬਾ ਜੀ ਜਾਂਦੇ ਸਨ ਤਾਂ ਪੁੱਲ ਚੌੜਾ ਹੋ ਗਿਆ ਜੀ, ਕੋਈ ਕੁੱਕੜਾਂ ਨੂੰ ਲੜਾਈ ਜਾਂਦਾ, ਤੁਸੀਂ ਆਪਦੇ ਡੇਰਿਆਂ ਵਿੱਚ ਆ ਬ੍ਰਹਮ ਗਿਆਨ ਸੰਭੋ ਆਪਦਾ, ਸਾਨੂੰ ਨਹੀਂ ਲੋੜ ਭਾਈ। We do not need that Brahm Gyan. Go practice that in your dere. We need that upadesh. We need that message that galvanized women like Mata Gujari ji to become so courageous, to become so steadfast in their beliefs that they faced so many obstacles throughout their life, but they still did not waver from their stance. We need that upadesh. ਸਾਨੂੰ ਉਸ ਉਪਦੇਸ਼ ਦੀ ਲੋੜ ਹੈ ਜਿਸ ਉਪਦੇਸ਼ ਨੇ ਮਾਤਾ ਗੁਜਰੀ ਦੇ ਵਿੱਚ ਇੰਨੀ ਹਿੰਮਤ ਭਰੀ ਕਿ ਉਹਨਾਂ ਨੇ ਜਦੋਂ ਉਹਨਾਂ ਦਾ ਪੁੱਤਰ 9.5 ਸਾਲ ਦੀ ਉਮਰ ਦਾ ਸੀ ਨਾ, ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਘਰ ਦੀ ਜ਼ਿੰਮੇਵਾਰੀ ਚੱਕੀ। But no, this was the message that you people have hidden under a malle for the last 300 years. So ਇਸ ਕਰਕੇ ਮੱਕਾ ਨਹੀਂ ਸੀ ਘੁੰਮਿਆ ਭਾਈ, ਲੋਕਾਂ ਦੀ ਸੁਰਤ ਘੁੰਮੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਆਪਦੀ ਗੱਲ ਕਹੀ ਸੀ ਉੱਥੇ। Mecca did not spin. Guru Nanak Pasha's upadesh circulated throughout Mecca. There was someone that came and he said these things. He said that God is within us. He said fulfill your responsibilities. ਦਾ ਆਪਾਂ ਪੜ੍ਹਦੇ ਨਹੀਂ ਸੀ, ਭਾਈ ਸਾਹਿਬ ਹੁਣਾਂ ਨੇ ਵੀ ਦੀਵਾਨ ਦੇ ਵਿੱਚ ਕਵਿਤਾ ਪੜ੍ਹੀ ਸੀ, ਪੁੱਤ ਕਲਿਆਣ ਦਾ ਮੱਕੇ ਫੇਰੇ, ਮੱਕੇ ਫੇਰੇ ਸੁਰਤਾਂ ਦੇ ਵਿੱਚ, ਸੁਰਤਾਂ ਦੇ ਬੀਜ ਬੀਜਦਾ, ਬੀਜ ਬੀਜਦਾ ਜੁਰਤਾਂ ਦੇ। ਇਹਨਾਂ ਬਾਬਿਆਂ ਨੂੰ ਪਤਾ ਆ ਜੇ ਜੁਰਤ ਭਰ ਗਈ ਇਹਨਾਂ ਦੇ ਅੰਦਰ ਹਨਾ, ਤੇ ਇਹਨਾਂ ਨੇ ਮਿੰਟ ਨਹੀਂ ਲਾਉਣਾ ਸਾਨੂੰ ਟੋਕਣ ਲਈ। These Babbe know that if courage, if the youth becomes courageous, if the youth
opens their minds and gains the real message of Guru Granth Sahib Ji, we are finished. They know that is why they have to threaten people. That is why they have to put allegations on people. ਇਸ ਕਰਕੇ ਨਾ ਅਗਲੇ ਧਮਕੀਆਂ ਦਿੰਦੇ ਆ, ਇਸ ਕਰਕੇ ਇਲਜ਼ਾਮ ਲਾਉਂਦੇ ਆ। ਪਰ ਨਹੀਂ ਭਾਈ, ਪੁੱਤ ਕਲਿਆਣ ਦਾ ਮੱਕੇ ਫੇਰੇ ਸੁਰਤਾਂ ਦੇ ਵਿੱਚ, ਸੁਰਤਾਂ ਦੇ ਬੀਜ ਬੀਜਦਾ ਜੁਰਤਾਂ ਦੇ, ਤਰਕ ਜਿਹਦੇ ਜਾਂ ਨਾਲ ਮਨੋਤਾਂ ਖੇਂਦੇ ਨੇ, ਉਸ ਕ੍ਰਾਂਤੀਕਾਰੀ ਬਾਬੇ ਨੂੰ ਲੋਕੀ ਨਾਨਕ ਕਹਿੰਦੇ ਨੇ। ਅਸੀਂ ਮਾਣ ਨਾਲ ਆਖਦੇ ਹਾਂ ਕਿ ਅਸੀਂ ਉਸ ਬਾਬੇ ਦੇ ਸਿੱਖ ਹਾਂ। ਨਾ ਸਾਨੂੰ ਤੁਹਾਡਿਆਂ ਬ੍ਰਹਮ ਗਿਆਨੀਆਂ ਦੀ ਲੋੜ ਹੈ, ਨਾ ਸਾਨੂੰ ਸਾਧਾਂ ਸੰਤਾਂ ਦੀ ਲੋੜ ਹੈ। ਬਸ ਹਾਂ ਤੋਂ ਏਕ ਰਮਈਆ ਲੈ ਹੋ, ਆਨ ਦੇਵ ਬਦਲਾਵਨ ਦੇ, ਪ੍ਰਵਾਹ ਨਹੀਂ ਕਿਸੇ केरी, ਬਾਜ ਸੱਚੇ ਨਾ। ਸੋ ਆਓ ਇਹਨਾਂ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ, ਇਹਨਾਂ ਕਹਾਣੀਆਂ ਤੋਂ ਥੋੜਾ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। Let us read Gurbani, let us understand Gurbani, let us bring Gurbani into our daily lives so that we may live a life full of confidence, a life full of freedom, like our Guru Pasha, like our forefathers lived before us. ਆਓ ਗੁਰਬਾਣੀ ਰਾਹੀਂ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ, ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ ਲਏ ਸਨ। ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ, ਜਿਵੇਂ ਕਿ ਸਾਡਿਆਂ ਗੁਰੂ ਸਾਹਿਬਾਨਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।